ਇੱਕ ਵਾਰ ਦੀ ਗੱਲ ਹੈ, ਇੱਕ ਸਾਧੂ ਅਤੇ ਉਸ ਦਾ ਚੇਲਾ ਪਿੰਡ-ਪਿੰਡ ਘੁੰਮ ਕੇ ਲੋਕਾਂ ਨੂੰ ਉਪਦੇਸ਼ ਦਿੰਦੇ ਸਨ। ਇੱਕ ਵਾਰ ਜਦੋਂ ਉਹ ਇੱਕ ਪਿੰਡ ਵਿੱਚ ਉਪਦੇਸ਼ ਦੇ ਕੇ ਚੱਲਣ ਹੀ ਵਾਲੇ ਸੀ ਕਿ ਉਸੇ ਸਮੇਂ ਬਹੁਤ ਹੀ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ। ਉਹਨਾਂ ਨੇ ਬਹੁਤ ਦੇਰ ਤੱਕ ਇੰਤਜ਼ਾਰ ਕੀਤਾ, ਪਰ ਮੀਂਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸੀ। ਤਾਂ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਸੇ ਪਿੰਡ ਵਿੱਚ ਇੱਕ ਛੋਟੀ ਜਿਹੀ ਕੁਟੀਆ ਬਣਾ ਲੈਣਗੇ ਅਤੇ ਅਗਲੇ ਕਈ ਹਫ਼ਤਿਆਂ ਤੱਕ ਇਸੇ ਪਿੰਡ ਵਿੱਚ ਰਹਿਣਗੇ। ਉਹਨਾਂ ਨੇ ਪਿੰਡ ਦੇ ਬਾਹਰ ਇੱਕ ਛੋਟੀ ਜਿਹੀ ਕੁਟੀਆ ਬਣਾ ਲਈ ਅਤੇ ਉੱਥੇ ਹੀ ਰਹਿਣ ਲੱਗੇ। ਲੋਕਾਂ ਨੂੰ ਉਹਨਾਂ ਦੇ ਉਪਦੇਸ਼, ਉਹਨਾਂ ਦੁਆਰਾ ਸੁਣਾਈਆਂ ਜਾਣ ਵਾਲੀਆਂ ਕਥਾਵਾਂ ਬਹੁਤ ਚੰਗੀਆਂ ਲੱਗਦੀਆਂ ਸਨ। ਇਸੇ ਲਈ ਹਰ ਰੋਜ਼ ਪਿੰਡ ਦੇ ਬਹੁਤ ਸਾਰੇ ਲੋਕ ਉਹਨਾਂ ਦੇ ਉਪਦੇਸ਼ ਸੁਣਨ ਆਉਂਦੇ ਸਨ। ਪਿੰਡ ਦੇ ਲੋਕ ਉਹਨਾਂ ਦੋਹਾਂ ਦੇ ਪ੍ਰਤੀ ਬਹੁਤ ਇੱਜ਼ਤ ਅਤੇ ਪਿਆਰ ਰੱਖਦੇ ਸਨ ਅਤੇ ਉਹਨਾਂ ਨੂੰ ਬਹੁਤ ਮਾਣ ਸਨਮਾਨ ਦਿੰਦੇ ਸਨ। ਉਹ ਉਹਨਾਂ ਦੇ ਖਾਣ ਦਾ ਹੀ ਪ੍ਰਬੰਧ ਕਰਦੇ ਅਤੇ ਬਹੁਤ ਸਾਰੇ ਪਿੰਡ ਦੇ ਲੋਕ ਤਾਂ ਉਪਦੇਸ਼ ਸੁਣਨ ਤੋਂ ਬਾਅਦ ਉਹਨਾਂ ਨੂੰ ਕੁਝ ਤੋਹਫੇ ਵੀ ਦੇ ਕੇ ਜਾਂਦੇ ਸਨ। ਇਸ ਤਰ੍ਹਾਂ ਉਹ ਸਾਧੂ ਅਤੇ ਉਸ ਦਾ ਚੇਲਾ ਬਹੁਤ ਦਿਨਾਂ ਤੱਕ ਉਸ ਪਿੰਡ ਵਿੱਚ ਰੁਕੇ ਰਹੇ। ਫਿਰ ਇੱਕ ਦਿਨ ਅਚਾਨਕ ਉਸ ਸਾਧੂ ਨੇ ਆਪਣੇ ਚੇਲੇ ਨੂੰ ਕਿਹਾ ਕਿ ਅਸੀਂ ਬਹੁਤ ਦਿਨਾਂ ਤੋਂ ਇਸ ਪਿੰਡ ਵਿੱਚ ਰੁਕੇ ਹੋਏ ਹਾਂ, ਹੁਣ ਸਾਨੂੰ ਇੱਥੋਂ ਜਾਣਾ ਚਾਹੀਦਾ ਹੈ। ਇਹ ਸੁਣ ਕੇ ਚੇਲੇ ਨੇ ਕਿਹਾ, ਪਰ ਕਿਉਂ ਗੁਰੂ ਜੀ? ਇੱਥੋਂ ਦੇ ਲੋਕ ਤਾਂ ਕਿੰਨੇ ਜ਼ਿਆਦਾ ਚੰਗੇ ਹਨ, ਇਹ ਸਾਡਾ ਕਿੰਨਾ ਜ਼ਿਆਦਾ ਮਾਣ ਸਨਮਾਨ ਕਰਦੇ ਹਨ ਤੇ ਸਾਨੂੰ ਤੋਹਫੇ ਵੀ ਦਿੰਦੇ ਹਨ। ਕਿਉਂ ਨਾ ਅਸੀਂ ਇੱਥੇ ਥੋੜੇ ਦਿਨ ਹੋਰ ਰੁਕ ਜਾਈਏ, ਉਸ ਤੋਂ ਬਾਅਦ ਅਸੀਂ ਇੱਥੋਂ ਚਲੇ ਜਾਵਾਂਗੇ। ਉਦੋਂ ਤੱਕ ਸਾਡੇ ਕੋਲ ਬਹੁਤ ਸਾਰਾ ਦਾਨ ਦਕਸ਼ਨਾ ਅਤੇ ਤੋਹਫੇ ਵੀ ਇਕੱਠੇ ਹੋ ਜਾਣਗੇ। ਆਪਣੇ ਚੇਲੇ ਦੇ ਮੂੰਹੋਂ ਅਜਿਹੀ ਗੱਲ ਸੁਣਨ ਤੋਂ ਬਾਅਦ ਗੁਰੂ ਜੀ ਨੇ ਕਿਹਾ, ਨਹੀਂ, ਹੁਣ ਅਸੀਂ ਇੱਥੇ ਹੋਰ ਸਮਾਂ ਨਹੀਂ ਰੁਕ ਸਕਦੇ। ਅਸੀਂ ਇੱਥੇ ਪਹਿਲਾਂ ਹੀ ਬਹੁਤ ਜ਼ਿਆਦਾ ਸਮਾਂ ਰੁਕ ਚੁੱਕੇ ਹਾਂ ਅਤੇ ਅਸੀਂ ਧਨ ਅਤੇ ਤੋਹਫੇ ਇਕੱਠੇ ਕਰਕੇ ਕੀ ਲੈਣਾ ਹੈ। ਇਹ ਚੀਜ਼ਾਂ ਸਾਡੇ ਸਾਧੂਆਂ ਦੇ ਕਿਸੇ ਕੰਮ ਦੀਆਂ ਨਹੀਂ ਹਨ ਅਤੇ ਸਾਨੂੰ ਇਹਨਾਂ ਚੀਜ਼ਾਂ ਦਾ ਮੋਹ ਵੀ ਨਹੀਂ ਕਰਨਾ ਚਾਹੀਦਾ। ਅਸੀਂ ਤਾਂ ਤਿਆਗ ਦੇ ਮਾਰਗ ਤੇ ਚੱਲਦੇ ਹਾਂ, ਫਿਰ ਅਸੀਂ ਇਸ ਧਨ ਤੋਂ ਕੀ ਲੈਣਾ ਹੈ। ਗੁਰੂ ਨੇ ਚੇਲੇ ਨੂੰ ਕਿਹਾ, ਅਸੀਂ ਅੱਜ ਹੀ ਇੱਥੋਂ ਚੱਲਾਂਗੇ ਅਤੇ ਸਾਨੂੰ ਜੋ ਕੁਝ ਵੀ ਤੋਹਫਿਆਂ ਦੇ ਰੂਪ ਵਿੱਚ ਮਿਲਿਆ ਹੈ ਉਹ ਸਭ ਇੱਥੇ ਹੀ ਛੱਡ ਕੇ ਜਾਣਾ ਹੈ ਅਤੇ ਅਸੀਂ ਖਾਲੀ ਹੱਥ ਇੱਥੋਂ ਜਾਵਾਂਗੇ। ਚੇਲਾ ਤਾਂ ਉਹ ਸਾਰੇ ਤੋਹਫੇ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ, ਪਰ ਉਹ ਗੁਰੂ ਜੀ ਦੀ ਆਗਿਆ ਦਾ ਉਲੰਘਣ ਵੀ ਨਹੀਂ ਕਰ ਸਕਦਾ ਸੀ। ਇਸੇ ਲਈ ਉਹ ਜਾਂਦਾ ਜਾਂਦਾ ਕੁਝ ਚਾਂਦੀ ਦੇ ਸਿੱਕੇ ਬਿਨਾਂ ਗੁਰੂ ਜੀ ਨੂੰ ਦੱਸੇ ਆਪਣੇ ਕੱਪੜਿਆਂ ਵਾਲੀ ਗਠੜੀ ਵਿੱਚ ਲੁਕੋ ਲੈਂਦਾ ਹੈ। ਜਿਵੇਂ ਹੀ ਉਹ ਕੁਝ ਦੂਰ ਗਏ, ਉਹਨਾਂ ਨੂੰ ਰਾਸਤੇ ਵਿੱਚ ਇੱਕ ਬਹੁਤ ਵੱਡੀ ਨਦੀ ਦਿਖਾਈ ਦਿੱਤੀ। ਉਹ ਜਿਸ ਪਿੰਡ ਵਿੱਚ ਉਪਦੇਸ਼ ਦੇਣ ਲਈ ਜਾਣਾ ਚਾਹੁੰਦੇ ਸੀ, ਉੱਥੇ ਤੱਕ ਪਹੁੰਚਣ ਲਈ ਉਹਨਾਂ ਨੂੰ ਇਸੇ ਨਦੀ ਨੂੰ ਪਾਰ ਕਰਨਾ ਹੀ ਪੈਣਾ ਸੀ। ਜਦੋਂ ਉਹ ਨਦੀ ਦੇ ਕਿਨਾਰੇ ਪਹੁੰਚੇ ਤਾਂ ਉੱਥੇ ਇੱਕ ਕਿਸ਼ਤੀ ਚਾਲਕ ਬੈਠਾ ਹੋਇਆ ਸੀ। ਉਸਨੇ ਉਹਨਾਂ ਨੂੰ ਦੇਖਦੇ ਹੀ ਕਿਹਾ, ਮੈਂ ਤੁਹਾਨੂੰ ਨਦੀ ਪਾਰ ਕਰਵਾ ਸਕਦਾ ਹਾਂ। ਉਂਝ ਤਾਂ ਮੈਂ ਲੋਕਾਂ ਤੋਂ ਨਦੀ ਪਾਰ ਕਰਵਾਉਣ ਦੇ 2 ਚਾਂਦੀ ਦੇ ਸਿੱਕੇ ਲੈਂਦਾ ਹਾਂ, ਪਰ ਕਿਉਂਕਿ ਤੁਸੀਂ ਸਾਧੂ ਹੋ, ਇਸ ਲਈ ਮੈਂ ਤੁਹਾਨੂੰ ਕੇਵਲ 1 ਚਾਂਦੀ ਦੇ ਸਿੱਕੇ ਦੇ ਬਦਲੇ ਹੀ ਨਦੀ ਪਾਰ ਕਰਾ ਦੇਵਾਂਗਾ। ਕਿਉਂਕਿ ਸਾਧੂ ਅਤੇ ਉਸ ਦੇ ਚੇਲੇ ਦੇ ਕੋਲ ਚਾਂਦੀ ਦੇ ਸਿੱਕੇ ਨਹੀਂ ਸਨ, ਇਸ ਲਈ ਉਹ ਕਿਸ਼ਤੀ ਚਾਲਕ ਨੂੰ ਬਿਨਾਂ ਕੁਝ ਬੋਲੇ ਚੁੱਪਚਾਪ ਨਦੀ ਦੇ ਕਿਨਾਰੇ ਆ ਕੇ ਬੈਠ ਗਏ। ਭਾਵੇਂ ਕਿ ਚੇਲੇ ਨੇ ਚਾਂਦੀ ਦੇ ਸਿੱਕੇ ਆਪਣੀ ਗਠੜੀ ਵਿੱਚ ਲੁਕੋ ਰੱਖੇ ਸਨ, ਪਰ ਉਹ ਉਹਨਾਂ ਨੂੰ ਕੱਢ ਨਹੀਂ ਸਕਦਾ ਸੀ, ਕਿਉਂਕਿ ਉਸ ਨੂੰ ਡਰ ਸੀ ਕਿ ਗੁਰੂ ਜੀ ਉਸ ਨੂੰ ਗੁੱਸੇ ਹੋਣਗੇ। ਇਸੇ ਲਈ ਉਹ ਵੀ ਗੁਰੂ ਜੀ ਦੇ ਨਾਲ ਚੁੱਪਚਾਪ ਇਹ ਸੋਚ ਕੇ ਬੈਠਾ ਰਿਹਾ ਕਿ ਦੇਖਦੇ ਹਾਂ ਬਿਨਾਂ ਸਿੱਕਿਆਂ ਦੇ ਗੁਰੂ ਜੀ ਨਦੀ ਕਿਵੇਂ ਪਾਰ ਕਰਦੇ ਹਨ। ਪਰ ਗੁਰੂ ਜੀ ਇਹ ਸੋਚ ਕੇ ਕਿਨਾਰੇ ਤੇ ਬੈਠੇ ਰਹੇ ਕਿ ਹੋ ਸਕਦਾ ਹੈ ਕੁਝ ਦੇਰ ਬਾਅਦ ਇਹ ਕਿਸ਼ਤੀ ਚਾਲਕ ਖੁਦ ਹੀ ਬਿਨਾਂ ਸਿੱਕਿਆਂ ਦੇ ਉਹਨਾਂ ਨੂੰ ਨਦੀ ਪਾਰ ਕਰਾ ਦੇਵੇ, ਜਾਂ ਫਿਰ ਜਿਸ ਪਿੰਡ ਤੋਂ ਉਹ ਆਏ ਹਨ ਉਸ ਪਿੰਡ ਦਾ ਕੋਈ ਵਿਅਕਤੀ ਇੱਥੋਂ ਲੰਘੇ ਅਤੇ ਉਹਨਾਂ ਦੇ ਹਿੱਸੇ ਦਾ ਕਿਰਾਇਆ ਵੀ ਉਸ ਕਿਸ਼ਤੀ ਚਾਲਕ ਨੂੰ ਦੇ ਦੇਵੇ। ਪਰ ਨਾ ਤਾਂ ਕਿਸ਼ਤੀ ਚਾਲਕ ਨੇ ਕੁਝ ਕਿਹਾ ਅਤੇ ਨਾ ਹੀ ਕੋਈ ਪਿੰਡ ਦਾ ਵਿਅਕਤੀ ਉੱਥੋਂ ਲੰਘਿਆ। ਬੈਠੇ ਬੈਠੇ ਸ਼ਾਮ ਹੋ ਗਈ, ਪਰ ਡਰ ਦੇ ਕਾਰਨ ਨਾ ਤਾਂ ਚੇਲੇ ਨੇ ਗਠੜੀ ਵਿੱਚੋਂ ਸਿੱਕੇ ਕੱਢੇ ਅਤੇ ਨਾ ਹੀ ਕਿਸ਼ਤੀ ਚਾਲਕ ਬਿਨਾਂ ਸਿੱਕਿਆਂ ਦੇ ਉਹਨਾਂ ਨੂੰ ਨਦੀ ਪਾਰ ਕਰਵਾਉਣ ਲਈ ਤਿਆਰ ਸੀ। ਹਨੇਰਾ ਹੋਣ ਲੱਗਾ, ਪਰ ਉਹ ਹਾਲੇ ਵੀ ਉੱਥੇ ਹੀ ਬੈਠੇ ਹੋਏ ਸਨ। ਇਹ ਦੇਖ ਕੇ ਕਿਸ਼ਤੀ ਚਾਲਕ ਨੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ, ਮਹਾਤਮਾ ਜੀ, ਰਾਤ ਹੋਣ ਵਾਲੀ ਹੈ ਅਤੇ ਰਾਤ ਦੇ ਸਮੇਂ ਤੁਹਾਡਾ ਇੱਥੇ ਰੁਕਣਾ ਖਤਰਨਾਕ ਹੋ ਸਕਦਾ ਹੈ।
ਕਿਉਂਕਿ ਬਹੁਤ ਸਾਰੇ ਖੁੰਖਾਰ ਜਾਨਵਰ ਰਾਤ ਵੇਲੇ ਇਸ ਨਦੀ ਵਿੱਚੋਂ ਪਾਣੀ ਪੀਣ ਆਉਂਦੇ ਹਨ ਅਤੇ ਤੁਹਾਡੇ ਨਾਲ ਕੁਝ ਵੀ ਹੋ ਸਕਦਾ ਹੈ। ਇਸ ਲਈ ਜਾਂ ਤਾਂ ਤੁਸੀਂ ਜਿੱਥੋਂ ਆਏ ਹੋ ਉੱਥੇ ਵਾਪਸ ਚਲੇ ਜਾਓ ਜਾਂ ਫਿਰ ਮੈਨੂੰ ਸਿੱਕੇ ਦੇ ਕੇ ਇਹ ਨਦੀ ਪਾਰ ਕਰ ਲਓ ਅਤੇ ਉਂਝ ਵੀ ਕੁਝ ਸਮੇਂ ਬਾਅਦ ਮੈਂ ਵੀ ਆਪਣੀ ਕਿਸ਼ਤੀ ਲੈ ਕੇ ਇੱਥੋਂ ਜਾਣ ਵਾਲਾ ਹਾਂ। ਜਿਵੇਂ ਹੀ ਚੇਲੇ ਨੇ ਉਸ ਕਿਸ਼ਤੀ ਚਾਲਕ ਦੇ ਮੂੰਹੋਂ ਖਤਰੇ ਦੀ ਗੱਲ ਸੁਣੀ, ਉਹ ਬਹੁਤ ਡਰ ਗਿਆ। ਉਸਨੇ ਤੁਰੰਤ ਹੀ ਆਪਣੀ ਗਠੜੀ ਵਿੱਚੋਂ 2 ਚਾਂਦੀ ਦੇ ਸਿੱਕੇ ਕੱਢੇ ਅਤੇ ਕਿਸ਼ਤੀ ਚਾਲਕ ਨੂੰ ਦਿੰਦੇ ਹੋਏ ਕਿਹਾ, ਕਿਰਪਾ ਕਰਕੇ ਸਾਨੂੰ ਜਲਦੀ ਨਾਲ ਨਦੀ ਪਾਰ ਕਰਵਾ ਦਿਓ। ਕਿਸ਼ਤੀ ਚਾਲਕ ਨੇ ਸਿੱਕੇ ਲੈ ਕੇ ਉਹਨਾਂ ਨੂੰ ਨਦੀ ਪਾਰ ਕਰਵਾ ਦਿੱਤੀ। ਨਦੀ ਪਾਰ ਕਰਨ ਤੋਂ ਬਾਅਦ ਗੁਰੂ ਜੀ ਨੇ ਚੇਲੇ ਨੂੰ ਕਿਹਾ, ਜਦੋਂ ਮੈਂ ਤੈਨੂੰ ਕੁਝ ਵੀ ਲੈਣ ਤੋਂ ਮਨਾ ਕੀਤਾ ਸੀ ਤਾਂ ਫੇਰ ਤੂੰ ਇਹ ਚਾਂਦੀ ਦੇ ਸਿੱਕੇ ਕਿਉਂ ਰੱਖ ਲਏ ਸੀ? ਤੂੰ ਮੇਰੀ ਗੱਲ ਕਿਉਂ ਨਹੀਂ ਮੰਨੀ? ਚੇਲੇ ਨੇ ਕਿਹਾ, ਗੁਰੂ ਜੀ, ਜੇ ਇਹ ਚਾਂਦੀ ਦੇ ਸਿੱਕੇ ਮੇਰੀ ਗਠੜੀ ਵਿੱਚ ਨਾ ਹੁੰਦੇ ਤਾਂ ਅਸੀਂ ਬਹੁਤ ਵੱਡੀ ਮੁਸੀਬਤ ਵਿੱਚ ਪੈ ਸਕਦੇ ਸੀ। ਰਾਤ ਦਾ ਸਮਾਂ ਸੀ ਅਤੇ ਕੁਝ ਵੀ ਹੋ ਸਕਦਾ ਸੀ। ਇਨ੍ਹਾਂ ਸਿੱਕਿਆਂ ਨੇ ਹੀ ਸਾਨੂੰ ਸੁਰੱਖਿਆ ਦਿੱਤੀ ਹੈ ਅਤੇ ਤੁਸੀਂ ਧੰਨਵਾਦ ਕਰਨ ਦੀ ਥਾਂ ਮੈਨੂੰ ਡਾਂਟ ਰਹੇ ਹੋ। ਇਹ ਸੁਣ ਕੇ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ, ਜਦੋਂ ਤੱਕ ਇਹ ਸਿੱਕੇ ਤੇਰੀ ਗਠੜੀ ਵਿੱਚ ਬੰਦ ਸਨ ਉਦੋਂ ਤੱਕ ਅਸੀਂ ਮੁਸੀਬਤ ਵਿੱਚ ਸੀ, ਪਰ ਜਿਵੇਂ ਹੀ ਤੂੰ ਇਹਨਾਂ ਨੂੰ ਬਾਹਰ ਕੱਢਿਆ ਮੁਸੀਬਤ ਖਤਮ ਹੋ ਗਈ। ਅਤੇ ਮੈਂ ਤੈਨੂੰ ਇਹੀ ਸਮਝਾਉਣ ਦਾ ਯਤਨ ਕਰ ਰਿਹਾ ਸੀ ਕਿ ਅਸਲ ਖੁਸ਼ੀ ਦੇਣ ਵਿੱਚ ਹੈ, ਤਿਆਗ ਵਿੱਚ ਹੈ। ਤੂੰ 2 ਸਿੱਕਿਆਂ ਦਾ ਤਿਆਗ ਕੀਤਾ ਅਤੇ ਨਤੀਜਾ ਤੇਰੇ ਸਾਹਮਣੇ ਹੈ। ਇਹ ਸੁਣਦੇ ਹੀ ਚੇਲੇ ਨੂੰ ਸਭ ਕੁਝ ਸਮਝ ਆ ਗਿਆ। ਉਸਨੇ ਬਚੇ ਹੋਏ ਚਾਂਦੀ ਦੇ ਸਿੱਕੇ ਗਰੀਬਾਂ ਵਿੱਚ ਵੰਡ ਦਿੱਤੇ ਅਤੇ ਉਹ ਦੋਵੇਂ ਅੱਗੇ ਚੱਲ ਪਏ। ਦੋਸਤੋ, ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਦੁਨਿਆਵੀ ਚੀਜ਼ਾਂ ਨਾਲ ਜ਼ਿਆਦਾ ਮੋਹ ਨਹੀਂ ਰੱਖਣਾ ਚਾਹੀਦਾ। ਸਾਨੂੰ ਸਾਡੀ ਅੰਦਰੂਨੀ ਖੁਸ਼ੀ ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਕੇਵਲ ਉਨਾ ਹੀ ਇਕੱਠਾ ਕਰਨਾ ਚਾਹੀਦਾ ਹੈ ਜਿੰਨਾ ਇੱਕ ਸੁਖੀ ਜੀਵਨ ਜਿਉਣ ਲਈ ਜ਼ਰੂਰੀ ਹੈ, ਨਾ ਕਿ ਦਿਖਾਵਾ ਕਰਨ ਦੇ ਲਈ ਅਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਅਮੀਰ ਦਿਖਣ ਦੇ ਲਈ। ਧੰਨਵਾਦ।